Hello and welcome to Chetan Bharat Learning, and also welcome to Daily Polity MCQ Practice Series. In today's session, we are going to discuss more questions about the Parliament. Parliament एक lengthy chapter है ते साडे exam purpose तो भी बहुत important chapter है. So let's begin with the very first thing that analyze the following statements about the special features of Indian Parliament. The very first, the presence of the nominated Anglo-Indian member is done away with the 104th Constitutional Amendment 2020. So important fact याद रखना है कि 104 अमेंडमेंट 2020 ਤੋਂ ਪਹਿਲਾਂ ਲੋਕ ਸਭਾ ਦੇ ਵਿੱਚ ਅਪ ਟੂ 2 ਮੈਂਬਰਸ ਫਰਮ ਐਂਗਲੋ ਇੰਡੀਅਨ ਕਮਿਊਨਿਟੀ ਕੁਡ ਬੀ ਨੋਮੀਨੇਟਡ ਬਾय ਦ ਪ੍ਰੈਜ਼ੀਡੈਂਟ। ਲੇਕਿਨ ओरिजिनल ਕਨਸਟੀਟਿਊਸ਼ਨ ਦੇ ਵਿੱਚ ਅੰਡਰ ਆਰਟੀਕਲ 334 ਇਹ ਪ੍ਰੋਵੀਜ਼ਨ 10 ਸਾਲ ਨਹੀਂ ਸੀਗਾ। ਹਰ 10 ਸਾਲ ਤੇ ਅਮੈਂਡਮੈਂਟ ਕਰਕੇ ਇਹਦਾ ਸਮਾਂ ਵਧਾ ਦਿੱਤਾ ਜਾਂਦਾ ਸੀਗਾ। ਲੇਕਿਨ 104 ਅਮੈਂਡਮੈਂਟ 2020 ਰਾਹੀਂ ਕਿਉਂਕਿ ਇਹਦਾ ਸਮਾਂ ਨਹੀਂ ਵਧਾਇਆ ਗਿਆ ਤਾਂ ਹੁਣ ਇਹ ਪ੍ਰੋਵੀਜ਼ਨ ਖਤਮ ਹੋ ਚੁੱਕੀ ਹੈ। ਹੁਣ ਐਂਗਲੋ ਇੰਡੀਅਨ ਕਮਿਊਨਿਟੀ ਦੇ 2 ਮੈਂਬਰਸ ਨੂੰ ਨੋਮੀਨੇਟ ਕਰਨ ਦੀ ਪ੍ਰੋਵੀਜ਼ਨ ਲੋਕ ਸਭਾ ਦੇ ਵਿੱਚ ਨਹੀਂ ਹੈ। Then the president's assent is necessary for a bill to become law even if passed by both houses of parliament. So general statement है, I believe you know कि ਭਾਵੇਂ ਦੋਨੇ houses ਕਿਸੇ ਬਿੱਲ ਨੂੰ ਪਾਸ ਕਰ ਦੇਣ, ਲੋਕ ਸਭਾ ਤੋਂ ਪਾਸ ਹੋਇਆ, ਰਾਜ ਸਭਾ ਤੋਂ ਪਾਸ ਹੋਇਆ, ਜਦੋਂ ਤੱਕ ਪ੍ਰੈਜ਼ੀਡੈਂਟ ਦੀ ਅਸੈਂਟ ਨਹੀਂ ਮਿਲ ਜਾਂਦੀ ਬਿੱਲ ਐਕਟ ਨਹੀਂ ਬਣਦਾ। The moment a bill receives the presidential assent, that bill becomes an act. Then Parliament plays a crucial role in holding the executive branch accountable through various committees and questions. So correct statement, parliamentary form of government ਦੀ ਇੱਕ basis, ਇੱਕ ਬੁਨਿਆਦ ਇਹ ਹੈ ਕਿ accountability. Executive will be accountable to the legislature. ਔਰ parliamentary form of government ਦੇ ਵਿੱਚ executive, legislature ਦਾ ਪਾਰਟ ਵੀ ਹੁੰਦੇ ਨੇ, ministers ਉਹ MP MLA ਹੁੰਦੇ ਨੇ। ਸੋ ਜੇ ਆਪਾਂ ਸੈਂਟਰ ਦੀ ਗੱਲ ਕਰੀਏ, ਪਾਰਲੀਮੈਂਟ ਦੀ ਗੱਲ ਹੋ ਰਹੀ ਹੈ ਤਾਂ ਫਿਰ ਜੋ ਮਿਨਿਸਟਰਸ ਨੇ ਉਹ ਐਮਪੀ ਵੀ ਹੋਣਗੇ ਤਾਂ ਫਿਰ ਡਿਊਰਿੰਗ ਦ ਸੈਸ਼ਨਸ ਉਹਨਾਂ ਨੂੰ ਕੁਐਸਚਨ ਆਵਰਸ ਦੇ ਵਿੱਚ ਕੁਐਸਚਨ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਨਾਲ ਹੀ देयर आर डिफरेंट पार्लियामेंट्री कमिटीज। ਅੱਗੇ ਆਪਾਂ ਪਾਰਲੀਮੈਂਟਰੀ ਕਮੇਟੀਜ਼ ਰਿਲੇਟਡ ਕੁਐਸਚਨ ਵੀ ਕਰਾਂਗੇ। ਸੋ ਸਾਡੇ ਕੋਲ 24 ਤਾਂ ਸਿੱਧੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀਜ਼ ਨੇ ਡਿਪਾਰਟਮੈਂਟ ਰਿਲੇਟਡ। ਹਰ ਮਿਨਿਸਟਰੀ ਨਾਲ ਰਿਲੇਟਡ ਕੋਈ ਨਾ ਕੋਈ ਕਮੇਟੀ ਹੈ ਤਾਂ ਫਿਰ ਮਿਨਿਸਟਰੀਜ਼ ਦੇ ਉੱਤੇ ਚੈੱਕ ਰੱਖਣ ਦਾ ਕੰਮ ਇਹ ਪਾਰਲੀਮੈਂਟਰੀ ਕਮੇਟੀਜ਼ ਵੀ ਕਰਦੀਆਂ ਨੇ। Then the House of People enjoys a shorter term compared to Council of States, also reflects its closer connection with the people. ਦੋ ਸਟੇਟਮੈਂਟ ਮਤਲਬ ਇੱਕੋ ਸਟੇਟਮੈਂਟ ਦੇ ਵਿੱਚ ਦੋ ਗੱਲਾਂ ਪੁੱਛੀਆਂ ਗਈਆਂ ਨਾ। ਪਹਿਲਾ, ਹਾਊਸ ਆਫ ਪੀਪਲ ਦੇ ਮੈਂਬਰ ਦਾ ਸ਼ਾਰਟਰ ਟੈਨਿਓਰ ਹੈ ਐਜ਼ ਕੰਪੇਅਰ ਟੂ ਰਾਜ ਸਭਾ, ਤਾਂ ਲੋਕ ਸਭਾ ਦਾ ਟੈਨਿਓਰ ਔਰ ਲੋਕ ਸਭਾ ਦੇ ਮੈਂਬਰ ਦਾ ਟੈਨਿਓਰ ਦੋਨਾਂ ਦਾ 5 ਸਾਲ ਹੈ। ਜਦੋਂ ਆਪਾਂ ਰਾਜ ਸਭਾ ਵੱਲ ਦੇਖਦੇ ਹਾਂ ਤੇ ਰਾਜ ਸਭਾ ਦਾ ਐਜ਼ ਅ ਬੋਡੀ ਕੋਈ ਟੈਨਿਓਰ ਨਹੀਂ ਹੈ, ਐਵਰ ਕੰਟੀਨਿਊ ਹਾਊਸ ਹੈ, ਕਦੇ ਡਿਸੋਲਵ ਨਹੀਂ ਹੋ ਸਕਦਾ। ਲੇਕਿਨ ਮੈਂਬਰ ਦਾ ਟੈਨਿਓਰ ਉਹ 6 ਸਾਲ ਹੁੰਦਾ ਹੈ, ਤਾਂ ਹਾਂ ਸਰ ਸ਼ਾਰਟਰ ਟੈਨਿਓਰ ਹੈ। ਤੇ ਦੂਜਾ, ਆਲਸੋ ਰਿਫਲੈਕਟ ਦ ਹਾਊਸ ਆਫ ਪੀਪਲ, ਲੋਕ ਸਭਾ also reflect closer connection to the people because it is a direct democracy house. ਲੋਕੀ ਆਪਦੇ ਕਨਸਟੀਟੂਐਂਸੀ ਦੇ ਵਿੱਚੋਂ ਸਿੱਧੇ ਆਪਣੇ ਵੋਟ ਰਾਹੀਂ ਲੋਕ ਸਭਾ ਦੇ ਐਮਪੀ ਨੂੰ ਚੁਣ ਕੇ ਲੋਕ ਸਭਾ ਭੇਜਦੇ ਹਨ। ਜਦਕਿ ਰਾਜ ਸਭਾ ਦੀ ਆਪਾਂ ਗੱਲ ਕਰੀਏ ਤਾਂ ਇਨਡਾਇਰੈਕਟ ਡੈਮੋਕ੍ਰੇਸੀ ਹਾਊਸ ਹੈ। ਰਾਜ ਸਭਾ ਦੇ ਵਿੱਚ ਜੋ ਸਟੇਟ ਤੋਂ ਮੈਂਬਰ ਜਾਂਦੇ ਨੇ ਉਹਨਾਂ ਵਾਸਤੇ ਲੋਕ ਡਾਇਰੈਕਟਲੀ ਵੋਟ ਨਹੀਂ ਕਰਦੇ, ਸਗੋਂ ਲੋਕਾਂ ਨੇ ਜਿਹੜੇ ਐਮਐਲਏ ਚੁਣੇ ਹੋਏ ਨੇ ਉਹ ਵੋਟ ਕਰਦੇ ਨੇ। ਸੋ ਯੈਸ, ਹਾਊਸ ਆਫ ਪੀਪਲ reflects a closer connection to the people. So here, how many statements are correct? So here, all the statements are correct. Moving to, consider following statements. The leader of the house in Lok Sabha is always the Prime Minister of India. And second statement reads, if the Prime Minister is not a member of Lok Sabha, a minister nominated by the PM serves as leader of the house. So here, two contradictory statements are there, ਇਹਨਾਂ ਵਿੱਚੋਂ ਇੱਕ ਹੀ ਸਹੀ ਹੋਣੀ ਹੈ। ਸੋ ਲੀਡਰ ਆਫ ਹਾਊਸ ਤੇ ਲੀਡਰ ਆਫ ਆਪੋਜੀਸ਼ਨ ਜੋ ਆਪਾਂ ਅਮਰੀਕਨ ਕਾਂਗਰਸ ਟ੍ਰੈਡੀਸ਼ਨਸ ਤੋਂ ਇੱਥੇ ਲੈ ਕੇ ਆਏ ਸੀਗੇ, ਹਾਲਾਂਕਿ ਲੇਟਰ ਔਨ ਇਨ 1977 ਲੀਡਰ ਆਫ ਆਪੋਜੀਸ਼ਨ ਨੂੰ ਸਟੈਟਿਊਟਰੀ ਸਟੇਟਸ ਦੇ ਦਿੱਤਾ ਗਿਆ। ਪਰ ਪਹਿਲਾ ਸਟੇਟਮੈਂਟ ਜੋ ਆਪਾਂ ਇਨਕਾਊਂਟਰ ਕਰ ਰਹੇ ਹਾਂ ਉਹ ਲੀਡਰ ਆਫ ਹਾਊਸ ਬਾਰੇ। ਤਾਂ ਯਾਦ ਰੱਖਣਾ, ਪ੍ਰਾਈਮ ਮਿਨਿਸਟਰ ਜਿਹੜੇ ਵੀ ਹਾਊਸ ਨੂੰ ਬਿਲੋਂਗ ਕਰਦੇ ਨੇ ਉਸ ਹਾਊਸ ਦੇ ਵਿੱਚ ਐਕਸ ਆਫੀਸ਼ੀਓ ਪ੍ਰਾਈਮ ਮਿਨਿਸਟਰ ਵਿਲ ਬੀ ਲੀਡਰ ਆਫ ਹਾਊਸ। ਸੋ ਜੇ ਪ੍ਰਾਈਮ ਮਿਨਿਸਟਰ ਲੋਕ ਸਭਾ ਦੇ ਮੈਂਬਰ ਨੇ
ਤਾਂ ਲੋਕ ਸਭਾ ਦੇ ਵਿੱਚ ਲੀਡਰ ਆਫ ਹਾਊਸ ਪ੍ਰਾਈਮ ਮਿਨਿਸਟਰ ਹੋਣਗੇ। ਜੇ ਪ੍ਰਾਈਮ ਮਿਨਿਸਟਰ ਰਾਜ ਸਭਾ ਦੇ ਮੈਂਬਰ ਨੇ ਤਾਂ ਰਾਜ ਸਭਾ ਦੇ ਵਿੱਚ ਪ੍ਰਾਈਮ ਮਿਨਿਸਟਰ ਵਿਲ ਬੀ ਐਕਸ ਆਫੀਸ਼ੀਅਲ ਲੀਡਰ ਆਫ ਹਾਊਸ। ਤੇ ਦੂਜੇ ਹਾਊਸ ਦੇ ਵਿੱਚ ਜਿੱਥੋਂ ਪੀਐਮ ਬਿਲੋਂਗ ਨਹੀਂ ਕਰ ਰਹੇ, ਉਸ ਹਾਊਸ ਦੇ ਵਿੱਚ ਪੀਐਮ ਵਿਲ ਅਪਾਇੰਟ ਅ ਮਿਨਿਸਟਰ ਐਜ਼ ਲੀਡਰ ਆਫ ਹਾਊਸ। ਸੋ ਪਹਿਲੀ ਸਟੇਟਮੈਂਟ ਰੋਂਗ ਹੈ, ਸੈਕੰਡ ਇਜ਼ ਕਰੈਕਟ। then the leader of the house is responsible for organizing and scheduling government business in the house. So in principle it is also correct. Then leader of the opposition is a member of largest opposition party in the house and is granted statutory status. So this is a correct statement, but leader of opposition, क्योंकि पिछले कुछ वरियां काफी सवाल लीडर ऑपोजिशन पे पूछे जा चुके हैं, तो इस बार हो सकता है लीडर ऑफ हाउस ਤੇ ਵੀ ਕੁਐਸਚਨ ਆ ਜਾਏ। ਤੇ ਲੀਡਰ ਆਫ ਆਪੋਜੀਸ਼ਨ ਨੂੰ ਵੀ ਆਪਾਂ ਰਿਵਾਈਜ਼ ਕਰਕੇ ਜਾਣਾ। ਲੀਡਰ ਆਫ ਆਪੋਜੀਸ਼ਨ ਦੀ ਪੋਸਟ ਪਹਿਲੀ ਵਾਰੀ ਰਿਕਗਨਾਈਜ਼ ਹੋਈ ਸੀਗੀ 1969 ਦੇ ਵਿੱਚ। 1977 ਦੇ ਵਿੱਚ ਸਟੈਟਿਊਟਰੀ ਸਟੇਟਸ ਦਿੱਤਾ ਗਿਆ ਤੇ ਸ਼ਰਤ ਲਾ ਦਿੱਤੀ ਗਈ ਕਿ ਹਾਊਸ ਦੇ ਵਿੱਚ ਸਿੰਗਲ ਲਾਰਜੈਸਟ ਆਪੋਜੀਸ਼ਨ ਪੋਲੀਟੀਕਲ ਪਾਰਟੀ ਤੇ ਉਹਦੇ ਕੋਲ ਕਮ ਸੇ ਕਮ 1/10 ਐਮਪੀਜ਼ ਹੋਣੇ ਚਾਹੀਦੇ ਨੇ ਹਾਊਸ ਦੇ, ਤਾਂ ਉਹਦੇ ਲੀਡਰ ਨੂੰ ਲੀਡਰ ਆਫ ਆਪੋਜੀਸ਼ਨ ਅਪਾਇੰਟ ਕੀਤਾ ਜਾਊਗਾ। ਜਿਵੇਂ 2024 ਦੇ ਇਲੈਕਸ਼ਨ ਲੋਕ ਸਭਾ, ਸਭ ਤੋਂ ਵੱਡੀ ਆਪੋਜੀਸ਼ਨ ਪੋਲੀਟੀਕਲ ਪਾਰਟੀ ਹੈ ਇੰਡੀਅਨ ਨੈਸ਼ਨਲ ਕਾਂਗਰਸ, ਜਿਹਦੇ 99 ਐਮਪੀਜ਼ ਨੇ। ਹੈਂਸ ਸ਼੍ਰੀ ਰਾਹੁਲ ਗਾਂਧੀ is been appointed as leader of opposition in Lok Sabha. So this is also a correct statement. So how many statements are correct? So here 3 statements are correct. Next question, with respect to the Delimitation Commission, how many of the following statement is correct? It is a statutory body by the Parliament. So Delimitation Commission, Election Commission of India वांग constitutional authority है या statutory? तो याद रखना Delimitation Commission under Delimitation Commissions Act is a statutory body जो Parliament ने Act पास किया है. It is a high power body whose orders have been force of law and cannot be questioned in any court of law. तो याद रखना बहुत पावरफुल बॉडी है। ਇਹਦੇ क्वेश्चंस ਇਹਦੇ ਸਗੋਂ डिसीजन आर फाइनल एंड बाइंडिंग, ਆਪਾਂ ਉਹਨਾਂ ਨੂੰ ਕੋਰਟ ਦੇ ਵਿੱਚ ਚੈਲੰਜ ਨਹੀਂ ਕਰ ਸਕਦੇ ਹਾਂ। And lastly, the copies of its orders are laid before the house of people where modifications are permissible. ਕਿ ਹਾਊਸ ਦੇ ਵਿੱਚ ਮੋਡੀਫਿਕੇਸ਼ਨ ਪਰਮਿਸਿਬਲ ਹੈ? ਸਰ ਇਹਦੇ ਤਾਂ ਕੋਰਟ ਦੇ ਵਿੱਚ ਵੀ ਪਰਮਿਸਿਬਲ ਨਹੀਂ ਹੈ, ਤਾਂ ਹਾਊਸ ਦੇ ਵਿੱਚ ਕੀ ਹੋਗਾ? ਹਾਊਸ ਦੇ ਵਿੱਚ ਲੇ ਡਾਊਨ ਜ਼ਰੂਰ ਕੀਤੇ ਜਾਂਦੇ ਨੇ ਆਰਡਰਸ, ਬਟ ਜੋ ਮੋਡੀਫਿਕੇਸ਼ਨਸ ਹੈ ਉਹ ਪਰਮਿਸਿਬਲ ਨਹੀਂ ਹਨ। ਸੋ ਡੀਲਿਮਿਟੇਸ਼ਨ ਬੇਸਿਕਲੀ ਕਨਸਟੀਟੂਐਂਸੀਜ਼ ਦੀ ਹੱਦਬੰਦੀ ਨਾਲ ਜੁੜੀ ਹੋਈ ਇੱਕ ਬਾਡੀ ਹੈ। ਸਪੋਜ਼ ਪੰਜਾਬ ਦੇ ਵਿੱਚ ਸਪੋਜ਼ ਕੀ ਸਹੀ ਆਪਾਂ ਗੱਲ ਕਰੀਏ ਤਾਂ 13 ਐਮਪੀ ਦੀਆਂ ਸੀਟਾਂ ਨੇ, 117 ਐਮਐਲਏ ਦੀਆਂ ਸੀਟਾਂ ਨੇ, 13 ਲੋਕ ਸਭਾ ਐਮਪੀ ਦੀ ਮੈਂ ਗੱਲ ਕਰ ਰਿਹਾ। ਤਾਂ ਜਦੋਂ ਲੋਕ ਸਭਾ ਦੀ ਇਲੈਕਸ਼ਨ ਹੋਊਗੀ ਤੇ ਪੰਜਾਬ ਨੂੰ 13 ਹਲਕਿਆਂ ਦੇ ਵਿੱਚ ਵੰਡਿਆ ਜਾਊਗਾ। ਐਵੇਂ ਹੀ ਜਿਵੇਂ ਐਮਐਲਏ ਦੀ ਇਲੈਕਸ਼ਨ ਹੋਊਗੀ ਤਾਂ ਪੰਜਾਬ ਨੂੰ 117 ਐਮਐਲਏ ਹਲਕਿਆਂ 'ਚ ਵੰਡਿਆ ਜਾਊਗਾ। ਇਹ ਹਲਕੇ ਬਣਾਉਣ ਦਾ ਕੰਮ, ਇਹ ਕਨਸਟੀਟੂਐਂਸੀ ਦੀ ਲਿਮਿਟੇਸ਼ਨ ਡੀਲਿਮਿਟੇਸ਼ਨ ਦਾ ਕੰਮ, ਬਾਉਂਡਰੀਜ਼ ਤੈਅ ਕਰਨ ਦਾ ਕੰਮ ਕੌਣ ਕਰਦਾ? ਡੀਲਿਮਿਟੇਸ਼ਨ ਕਮਿਸ਼ਨ ਕਰਦਾ ਹੈ। ਹਾਲਾਂਕਿ ਕਨਸਟੀਟਿਊਸ਼ਨ ਦੇ ਵਿੱਚ ਕਿਹਾ ਗਿਆ ਸੀਗਾ ਹਰ 10 ਸਾਲਾਂ ਬਾਅਦ ਜਦੋਂ ਨਵਾਂ ਸੈਂਸਸ ਆਊਗਾ ਤਾਂ ਨਵੇਂ ਸੈਂਸਸ ਦੇ ਅਕੋਰਡਿੰਗ ਆਪਾਂ ਡੀਲਿਮਿਟੇਸ਼ਨ ਕਰਾਂਗੇ। ਬਟ 42nd ਅਮੈਂਡਮੈਂਟ 1976 ਦੇ ਵਿੱਚ ਇਹਨੂੰ 1971 ਦੇ ਸੈਂਸਸ ਤੇ ਫ੍ਰੀਜ਼ ਕਰ ਦਿੱਤਾ ਗਿਆ ਸੀਗਾ। ਲੇਟਰ ਔਨ 87th ਅਮੈਂਡਮੈਂਟ ਰਾਹੀਂ 2026 ਤੱਕ ਇਹਨੂੰ 1971 ਦੇ ਸੈਂਸਸ ਤੇ ਫ੍ਰੀਜ਼ ਕੀਤਾ ਗਿਆ। ਹੁਣ ਕਿਉਂਕਿ 2026 ਆਉਣ ਵਾਲਾ ਹੈ, ਸੈਂਸਸ ਆਪਾਂ ਹੁਣ ਕਰਾ ਰਹੇ ਹਾਂ, ਕਰਾਉਣ ਵਾਲੇ ਹਾਂ। ਸੋ ਸੈਂਸਸ ਤੋਂ ਬਾਅਦ ਉਮੀਦ ਹੈ 2026 ਅਗਲੇ ਸਾਲ ਆਪਾਂ ਡੀਲਿਮਿਟੇਸ਼ਨ ਨੂੰ ਅੰਜਾਮ ਦੇਵਾਂਗੇ। ਐਸ ਕਰਕੇ ਡੀਲਿਮਿਟੇਸ਼ਨ ਬਹੁਤ ਇੰਪੋਰਟੈਂਟ ਟੌਪਿਕ ਹੈ, ਆਪਾਂ ਚੰਗੀ ਤਰ੍ਹਾਂ ਪੜ੍ਹ ਕੇ ਜਾਣਾ ਹੈ। ਐਸ ਫਾਰ ਐਜ਼ ਦਿਸ ਕੁਐਸਚਨ ਇਜ਼ ਕੰਸਰਨਡ, ਸੋ ਓਨਲੀ 2 statements are correct. Then a member of parliament who is not a minister wishes to introduce a bill on an issue of national interest in the Lok Sabha. Which of the following criteria must be fulfilled by member to introduce such bill? So in लंबी चौड़ी कहानी लिख ਦਿੱਤੀ गई, लेकिन बेसिक क्वेश्चन ये है कि प्राइवेट मेंबर बिल, ओहो बिल जो काउंसिल ऑफ मिनिस्टर ਦਾ ਕੋਈ ਮੈਂਬਰ मतलब ਕੋਈ ਮਿਨਿਸਟਰ ਇੰਟਰੋਡਿਊਸ ਕਰੇ ਤਾਂ ਉਸ ਬਿੱਲ ਨੂੰ ਕਹਿੰਦੇ ਆ ਗਵਰਨਮੈਂਟ ਬਿੱਲ ਔਰ ਪਬਲਿਕ ਬਿੱਲ। ਬਟ ਇੱਕ ਐਵੇਂ ਦਾ ਐਮਪੀ ਜੋ ਮਿਨਿਸਟਰ ਨਹੀਂ ਹੈ
ਜੇ ਉਹ ਬਿੱਲ ਇੰਟਰੋਡਿਊਸ ਕਰੇ ਤਾਂ ਉਹਨੂੰ ਕਹਿੰਦੇ ਪ੍ਰਾਈਵੇਟ ਮੈਂਬਰ ਬਿੱਲ। ਸੋ ਪ੍ਰਾਈਵੇਟ ਮੈਂਬਰ ਬਿੱਲ ਨਾਲ ਜੁੜੀ ਹੋਈ ਕਿਹੜੀ ਗੱਲ ਟਰੂ ਹੈ। Here it comes, the member should belong to opposition political party। ਇਹ ਲਾਜ਼ਮੀ ਸ਼ਰਤ ਨਹੀਂ ਹੈ। ਮੈਂ ਕਹਿਣਾ ਇਹ ਚਾਹੁੰਦਾ ਬਸ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜੇ ਅਪੋਜੀਸ਼ਨ ਦਾ ਮੈਂਬਰ ਜੋ ਕਿ ਮਿਨਿਸਟਰ ਨਹੀਂ ਹੈ, ਜੇ ਉਹ ਇੰਟਰੋਡਿਊਸ ਕਰੂਗਾ ਤਾਂ ਪ੍ਰਾਈਵੇਟ ਮੈਂਬਰ ਬਿੱਲ ਹੋਊਗਾ। ਬਟ ਸਮਝੋ ਰੂਲਿੰਗ ਪਾਰਟੀ ਦਾ ਹੀ ਕੋਈ ਐਮਪੀ ਜੋ ਮਿਨਿਸਟਰ ਨਹੀਂ ਹੈ, ਜਿਵੇਂ ਕੰਗਨਾ ਰਣੌਤ ਮੈਮ, ਉਹ ਨਹੀਂ ਹੈ ਐਮਪੀ ਹੈ, ਉਹ ਮਿਨਿਸਟਰ ਨਹੀਂ ਹੈ। ਸੋ ਜੇ ਉਹ ਬਿੱਲ ਇੰਟਰੋਡਿਊਸ ਕਰਨ ਤਾਂ ਉਹਨੂੰ ਵੀ ਪ੍ਰਾਈਵੇਟ ਮੈਂਬਰ ਬਿੱਲ ਹੀ ਕਿਹਾ ਜਾਊਗਾ। ਸੋ ਫਰਸਟ ਸਟੇਟਮੈਂਟ ਇਜ਼ ਇਨਕਰੈਕਟ। He must give 1 month notice to the House for permission to introduce the bill. Yes, sir, it is correct. By rule, it is correct. Then it can be introduced only on Friday. ਇਹ ਵੀ ਯਾਦ ਰੱਖ ਲੈਣਾ, ਲੋਕ ਸਭਾ ਰੂਲ ਬੁੱਕ ਦੇ ਮੁਤਾਬਿਕ ਇਹ ਫਰਾਈਡੇ ਨੂੰ ਹੀ ਇੰਟਰੋਡਿਊਸ ਕੀਤੇ ਜਾਣਗੇ। Lastly, he must get the permission, he must get president approval to introduce the bill. ਨਹੀਂ ਸਰ, ਐਵੇਂ ਦੀ ਕੋਈ ਸ਼ਰਤ ਨਹੀਂ ਹੈ। Largely ਮਨੀ ਬਿੱਲ, ਫਾਈਨੈਂਸ਼ੀਅਲ ਬਿੱਲ ਜੋ ਟਾਈਪ 1 ਹੈ, ਉਹਨਾਂ ਨੂੰ ਇੰਟਰੋਡਕਸ਼ਨ ਤੋਂ ਪਹਿਲਾਂ ਪ੍ਰੈਜ਼ੀਡੈਂਟ ਰਿਕਮੈਂਡੇਸ਼ਨ ਦੀ ਲੋੜ ਹੁੰਦੀ ਹੈ। ਪ੍ਰਾਈਵੇਟ ਮੈਂਬਰ ਬਿੱਲ ਨੂੰ ਪ੍ਰੈਜ਼ੀਡੈਂਟ ਦੀ ਰਿਕਮੈਂਡੇਸ਼ਨ ਦੀ ਕੋਈ ਲੋੜ ਨਹੀਂ ਹੈ। ਹਾਲਾਂਕਿ ਆਪਾਂ ਪ੍ਰਾਈਵੇਟ ਮੈਂਬਰ ਬਿੱਲ ਦੀ ਗੱਲ ਕਰਦੇ ਤਾਂ ਹਾਂ, ਲੇਕਿਨ ਇਹਦੇ ਪਾਸ ਹੋਣ ਦੇ ਚਾਂਸ ਬਹੁਤ ਘੱਟ ਹੁੰਦੇ। ਜਿਵੇਂ ਆਪਾਂ 17ਵੀਂ ਲੋਕ ਸਭਾ ਪਿਛਲੇ 5 ਸਾਲ 19 ਤੋਂ 24 ਦੀ ਗੱਲ ਕਰੀਏ, 729 such bills were introduced, ਜਿਹਦੇ ਵਿੱਚੋਂ ਸਿਰਫ 2 ਤੇ ਡਿਸਕਸ਼ਨ ਹੋ ਪਾਈ, ਬਾਕੀਆਂ ਤੇ ਡਿਸਕਸ਼ਨ ਵੀ ਨਹੀਂ ਹੋਈ। ਤੇ ਜੇ 2 ਤੇ ਡਿਸਕਸ਼ਨ ਹੋਈ ਉਹ ਵੀ ਐਕਟ ਨਹੀਂ ਬਣੇ। ਸੋ ਇੰਡੀਪੈਂਡੈਂਟ ਇੰਡੀਆ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਸਿਰਫ 14 ਪ੍ਰਾਈਵੇਟ ਮੈਂਬਰ ਬਿੱਲ ਹੀ ਐਕਟ ਬਣ ਸਕੇ ਹਨ। ਸੋ ਇਹਦੇ ਪਾਸ ਹੋਣ ਦੇ ਚਾਂਸਸ ਵੈਸੇ ਵੀ ਬਹੁਤ ਲੋ ਹੁੰਦੇ ਨੇ। ਸੋ ਫਾਈਨਲ come to the question only. Okay, 2 and 3 statements are correct. First and 4 are wrong statement. Then regarding the elections of Rajya Sabha members, consider the following statements. Members of Rajya Sabha from the states are elected by the elected members of the state legislative assemblies through proportional representation by single transferable vote. Yes sir, correct statement है। आप थोड़ी देर पहला भी गल की थी। ਫੈਡਰਲ ਹਾਊਸ ਹੈ ਰਾਜ ਸਭਾ, ਡਾਇਰੈਕਟ ਡੈਮੋਕ੍ਰੇਸੀ ਹਾਊਸ ਨਹੀਂ ਹੈ। ਲੋਕਾਂ ਨੇ ਆਪ ਦੇ ਰਿਪਰੈਜ਼ੈਂਟੇਟਿਵ ਐਮਐਲਏ ਦੇ ਰੂਪ ਦੇ ਵਿੱਚ ਚੁਣੇ ਤੇ ਫਿਰ ਉਸ ਸਟੇਟ ਨੂੰ ਸੈਂਟਰਲ ਲੈਵਲ ਤੇ ਰਾਜ ਸਭਾ ਦੇ ਵਿੱਚ, ਫੈਡਰਲ ਹਾਊਸ ਦੇ ਵਿੱਚ ਜੋ ਰਿਪਰੈਜ਼ੈਂਟ ਕਰਨਗੇ ਉਹਨਾਂ ਨੂੰ ਸਟੇਟ ਦੇ ਇਲੈਕਟਿਡ ਐਮਐਲਏਸ ਚੁਣਦੇ ਨੇ ਤੇ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਸਿੰਗਲ ਟ੍ਰਾਂਸਫਰੇਬਲ ਵੋਟ ਰਾਹੀਂ ਚੁਣਦੇ ਨੇ। ਫਰਦਰ, ਯੂਨੀਅਨ ਟੈਰੀਟਰੀਜ਼ ਹੈਵ ਨੋ ਰਿਪਰੈਜ਼ੈਂਟੇਸ਼ਨ ਇਨ ਰਾਜ ਸਭਾ। ਬਈ ਨਾਮ ਵੀ ਰਾਜ ਸਭਾ ਹੈ, ਰਾਜਾਂ ਦੀ ਸਭਾ, ਤਾਂ ਕਿਆ ਯੂਟੀ ਨੂੰ ਆਪਾਂ ਇੱਥੇ ਰਿਪਰੈਜ਼ੈਂਟੇਸ਼ਨ ਨਹੀਂ ਦਿੰਦੇ? ਜਿਵੇਂ ਚੰਡੀਗੜ੍ਹ ਤੋਂ ਕੋਈ ਵੀ ਮੈਂਬਰ ਰਾਜ ਸਭਾ ਦਾ ਨਹੀਂ ਹੈ, ਸਿਰਫ ਇੱਕ ਮੈਂਬਰ ਲੋਕ ਸਭਾ ਦੇ ਵਿੱਚ ਨੇ, ਰਾਜ ਸਭਾ 'ਚ ਨਹੀਂ ਹੈ। ਬਟ ਇਹ ਕੰਪਲੀਟ ਸਟੇਟਮੈਂਟ ਇਜ਼ ਨਾਟ ਕਰੈਕਟ। ਵਾਈ? 3 UTs, Delhi, Puducherry and UT of J&K with legislature. Now these 3 UTs are having representation in Rajya Sabha. So completely ਆਪਾਂ ਸਭ ਨੂੰ ਰਾਜ ਸਭਾ ਦੇ ਵਿੱਚੋਂ ਬਾਹਰ ਨਹੀਂ ਕਰ ਸਕਦੇ। ਹਾਂ, ਜੋ ਬਾਕੀ UTs हैं, ਜਿਵੇਂ ਕਿ ਚੰਡੀਗੜ੍ਹ ਹੋਇਆ ਜਾਂ ਫਿਰ ਦਮਨ ਐਂਡ ਦੀਊ, ਦਾਦਰ ਨਗਰ ਹਵੇਲੀ ਐਂਡ ਸੋ ਔਨ, ਸੋ ਉਹਨਾਂ ਦੀ ਪੋਪੂਲੇਸ਼ਨ ਨੂੰ ਫॉर द ਟਾਈਮ ਬੀਇੰਗ ਆਪਾਂ ਨੈਗਲੀਜੀਬਲ ਮੰਨ ਲੈਂਦੇ ਆ। ਕਿਸ ਪਰਪਸ ਲਈ? ਰਾਜ ਸਭਾ ਦੇ ਵਿੱਚ ਰਿਪਰੈਜ਼ੈਂਟੇਸ਼ਨ ਦੇ ਲਈ। ਤਾਂ ਬਾਕੀ UTs ਦੀ ਨਹੀਂ ਹੈ, ਲੇਕਿਨ 3 UT is having representation in ਰਾਜ ਸਭਾ, Delhi, Puducherry and J&K. Then the system of open ballot voting was introduced for Rajya Sabha election through an amendment to the Representation of Peoples Act 1951. ਬਈ ਇਹ ਬਹੁਤ ਚੰਗੀ ਤਰ੍ਹਾਂ ਯਾਦ ਰੱਖਣਾਗਾ। 2003 ਤੋਂ ਪਹਿਲਾਂ ਇੱਥੇ ਵੀ ਸੀਕ੍ਰੇਟ ਬੈਲਟ ਚੱਲਦਾ ਸੀਗਾ ਤੇ ਬਹੁਤ ਸਾਰੀ ਕ੍ਰਾਸ ਵੋਟਿੰਗ ਹੁੰਦੀ ਸੀ, ਪਤਾ ਨਹੀਂ ਸੀ ਲੱਗਦਾ। ਤਾਂ 2003 ਦੇ ਵਿੱਚ ਇਹਨੂੰ ਓਪਨ ਬੈਲਟ ਕਰ ਦਿੱਤਾ ਗਿਆ। ਹਾਲਾਂਕਿ ਇਸ ਨੂੰ ਲੈ ਕੇ ਥੋੜਾ ਕਨਫਿਊਜ਼ਨ ਵੀ ਰਹਿੰਦਾ, ਕਈ ਕਿਤਾਬਾਂ ਲਿਖਦੀਆਂ ਇਟ ਇਜ਼ ਓਪਨ ਕਮ ਸੀਕ੍ਰੇਟ। ਤਾਂ ਬੇਸਿਕ ਗੇਮ ਕੀ ਹੈ ਕਿ ਜਦੋਂ ਵੀ MLA ਵੋਟ ਕਰਨ ਜਾਊਗਾ ਰਾਜ ਸਭਾ ਦੇ ਇਲੈਕਸ਼ਨ ਦੇ ਵਿੱਚ, ਤਾਂ ਵੋਟ ਕਰਨ ਤੋਂ ਬਾਅਦ ਜਿਹੜਾ ਕਿ ਉਹ ਪ੍ਰੈਫਰੈਂਸ਼ੀਅਲ ਵੋਟ ਹੁੰਦਾ, ਬੈਲਟ ਪੇਪਰ ਤੇ ਹੁੰਦਾ ਅੱਜ ਵੀ ਇਹ, ਜਿੰਨੇ ਕੈਂਡੀਡੇਟ ਹਨ ਤੁਸੀਂ ਉਨੀ ਪ੍ਰੈਫਰੈਂਸ ਦੇ ਸਕਦੇ ਹੋ। ਤੇ ਬਾਹਰ ਆ ਕੇ ਜਿਹੜੀ ਪਾਰਟੀ ਨੂੰ ਤੁਸੀਂ ਬਿਲੋਂਗ ਕਰਦੇ ਹੋ, ਪੋਲੀਟੀਕਲ ਪਾਰਟੀ ਨੂੰ, ਉਹਦਾ ਏਜੰਟ ਬੈਠਾ ਹੁੰਦਾ, ਉਹਦੇ ਆਪ ਦੇ ਏਜੰਟ ਨੂੰ ਇਹ ਵੋਟ ਦਿਖਾਣੀ ਹੁੰਦੀ ਹੈ। ਤਾਂ ਜਿਵੇਂ ਹੀ ਵੋਟਰ ਤੋਂ ਇਲਾਵਾ ਕਿਸੇ ਨੂੰ ਪਤਾ ਲੱਗਿਆ ਕਿ ਇਹਨੇ ਕਿਸ ਨੂੰ ਵੋਟ ਕੀਤਾ ਹੈ, ਤਾਂ ਫਿਰ ਉਹ ਸੀਕ੍ਰੇਸੀ ਨਹੀਂ ਰਹੀ।
ਤਾਂ ਫਿਰ ਇਹਨੂੰ ਓਪਨ ਬੈਲਟ ਕਿਹਾ ਜਾਂਦਾ। ਤਾਂ ਏਜੰਟ ਨੂੰ ਦਿਖਾਣਾ ਹੁੰਦਾ, ਹਾਲਾਂਕਿ ਇਹ ਵੀ ਸ਼ਰਤ ਹੈ ਏਜੰਟ ਤੋਂ ਇਲਾਵਾ ਕਿਸੇ ਨੂੰ ਨਹੀਂ ਦਿਖਾਉਣਾ। ਸੋ 2003 ਦੇ ਵਿੱਚ ਇਹ ਰੂਲ ਆਨ ਕਰਕੇ ਇਟ ਕਮਸ ਟੂ ਓਪਨ ਬੈਲਟ। ਐਂਡ ਦੈਨ anti-defection law under 10th schedule applies to the Rajya Sabha election and political parties can issue whips to their members. Blatantly wrong. बस यह लाइन याद रखनी है कि whip जो कि ट्रेडिशन एंड कस्टम्स पे बेस्ड है, ਤਾਂ ਰਾਜ ਸਭਾ ਦੇ ਇਲੈਕਸ਼ਨ ਦੇ ਵਿੱਚ ਵਿਪ ਇਸ਼ੂ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਇਨਫੋਰਮਲੀ ਪੋਲੀਟੀਕਲ ਪਾਰਟੀ ਆਪਦੇ ਐਮਐਲਏਜ਼ ਨੂੰ ਕਹਿੰਦੇ ਜ਼ਰੂਰ ਨੇ ਕਿ ਤੁਸੀਂ ਕਿਸ ਕੈਂਡੀਡੇਟ ਨੂੰ ਵੋਟ ਕਰਨਾ ਹੈ। ਮਤਲਬ ਪੋਲੀਟੀਕਲ ਪਾਰਟੀ ਕਹੂਗੀ ਯਾਰ ਜਿਹਨੂੰ ਆਪਾਂ ਸਪੋਰਟ ਕਰਦੇ ਹਾਂ ਸਾਡੇ ਸਾਰੇ ਐਮਐਲਏ ਉਹਨੂੰ ਵੋਟ ਕਰਨਗੇ ਰਾਜ ਸਭਾ ਇਲੈਕਸ਼ਨ ਦੇ ਵਿੱਚ, ਬਟ ਇਹਨੂੰ ਵਿਪ ਦੇ ਦਾਇਰੇ 'ਚ ਨਹੀਂ ਲਿਆ ਜਾਂਦਾ। ਮਤਲਬ ਜੇ ਕੋਈ ਮੈਂਬਰ ਪਾਰਟੀ ਦੇ ਕਹੇ ਅਨੁਸਾਰ ਕੈਂਡੀਡੇਟ ਨੂੰ ਵੋਟ ਨਾ ਕਰੇ ਤਾਂ ਵੀ ਉਹਦੇ ਖਿਲਾਫ ਫਿਰ ਐਂਟੀ ਡਿਫੈਕਸ਼ਨ ਲਾਅ ਇਨਵੋਕ ਨਹੀਂ ਹੋਊਗਾ, ਕਿਉਂਕਿ ਇਨ ਪ੍ਰਿੰਸੀਪਲ ਵਿਪ ਇਸ਼ੂ ਨਹੀਂ ਹੁੰਦਾ ਰਾਜ ਸਭਾ ਦੇ ਇਲੈਕਸ਼ਨ ਦੇ ਵਿੱਚ। ਸੋ ਫੋਰਥ ਸਟੇਟਮੈਂਟ ਇਜ਼ ਇਨਕਰੈਕਟ ਐਂਡ ਸੈਕੰਡ ਇਜ਼ ਆਲਸੋ ਇਨਕਰੈਕਟ, ਸੋ only two statements are correct here. Moving to consider the following statements regarding the reservation for women in Lok Sabha and state legislative assemblies. We are talking about 106th constitutional amendment, which is famously called as Nari Shakti Vandan Adhiniyam, ਜਿਹਦੇ ਥਰੂ ਲੋਕ ਸਭਾ ਤੇ ਰਾਜਾਂ ਦੀ ਵਿਧਾਨ ਸਭਾ ਦੇ ਵਿੱਚ minimum 1/3 seats will be reserved, promised to be reserved for women, including scheduled caste and scheduled tribe women. Now come to this thing, the 106th Amendment Act 2023, now mark it, 2023 ਦੇ ਵਿੱਚ ਇਹ ਐਕਟ ਪਾਸ ਹੋ ਚੁੱਕਿਆ, mandates 1/3 reservation seats for women in Lok Sabha, State Legislative Assembly and also Delhi Legislative Assembly. Yes sir, correct statement, this is a G rather. और कितनी करनी है सीट? At least 1/3. The reservation for women in Lok Sabha, State Legislative Assemblies and Delhi Legislative Assembly will take effect immediately after 106th Amendment Act 2023. ਸੋ ਕਿ ਜਿਵੇਂ ਹੀ ਇਹ ਐਕਟ ਬਣਿਆ ਉਦਾਂ ਹੀ ਲਾਗੂ ਹੋ ਗਿਆ, ਔਰ ਅਗਰ ਇਹ ਲਾਗੂ ਹੋ ਗਿਆ ਇਹਦਾ ਮਤਲਬ 2024 ਦੇ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ 1/3 ਸੀਟ ਰਿਜ਼ਰਵ ਹੋ ਚੁੱਕੀਆਂ ਹੋਣਗੀਆਂ। ਤੇ ਜਿਵੇਂ ਬਿਹਾਰ ਦੇ ਵਿੱਚ ਇਲੈਕਸ਼ਨ ਹੋਣ ਵਾਲਾ ਹੈ, ਅੱਗੇ ਕਿਸੇ ਵੀ ਸਟੇਟ ਦਾ ਹੋਊਗਾ, ਉੱਥੇ 1/3 ਸੀਟ ਰਿਜ਼ਰਵ ਹੋ ਜਾਣਗੀਆਂ, ਪਰ ਇਦਾਂ ਹੋਇਆ ਤਾਂ ਹੈ ਨਹੀਂਗਾ। ਸੋ ਸਟੇਟਮੈਂਟ ਇਜ਼ ਰੋਂਗ। ਆਲਦੋ ਇਹ ਐਕਟ ਬਣ ਚੁੱਕਿਆ ਹੈਗਾ, ਲੇਕਿਨ ਇਹ ਐਕਟ ਪ੍ਰੋਸਪੈਕਟਿਵ ਇਫੈਕਟ ਨਾਲ ਲਾਗੂ ਹੋਊਗਾ। ਸੋ ਪ੍ਰੋਮਿਸ ਇਹ ਹੈ ਕਿ ਪਹਿਲਾਂ ਕਰਾਇਆ ਜਾਊਗਾ ਸੈਂਸਸ ਤੋਂ ਬਾਅਦ ਆਊਗੀ ਨਵੀਂ ਡੀਲਿਮਿਟੇਸ਼ਨ, ਔਰ ਨਵੀਂ ਡੀਲਿਮਿਟੇਸ਼ਨ ਆਉਣ ਤੋਂ ਬਾਅਦ ਫਿਰ ਇਸ ਰਿਜ਼ਰਵੇਸ਼ਨ ਪਾਲਿਸੀ ਨੂੰ ਇੰਪਲੀਮੈਂਟ ਕੀਤਾ ਜਾਊਗਾ, ਔਰ 15 ਸਾਲ ਨਹੀਂ ਇਹ ਪਾਲਿਸੀ ਇੰਪਲੀਮੈਂਟ ਰਹੂਗੀ, ਜਿਹਨੂੰ ਪਾਰਲੀਮੈਂਟ ਬਾਈ ਲਾਅ ਅੱਗੇ ਵਧਾ ਸਕਦਾ, ਤਾਂ ਹਜੇ ਲਾਗੂ ਇਹ ਨਹੀਂ ਹੈ। ਨੈਕਸਟ, the reservation for women is applicable to the seats already reserved for scheduled caste and scheduled tribe. Yes sir, because including scheduled caste and scheduled tribe women जो हैं उन्हां वास्ते भी सीटां रिजर्व होणगियां। Further, the reservation for women in these legislatures will last for a period of 15 years from the publication of next census after 106th amendment. So census ਤੋਂ ਬਾਅਦ delimitation, और फिर 15 ਸਾਲ ਨਹੀਂ ਇਹ ਜਦੋਂ ਵੀ ਲਾਗੂ ਹੋਊਗਾ, 15 ਸਾਲ ਲਈ ਰਿਜ਼ਰਵੇਸ਼ਨ ਪਾਲਿਸੀ ਲਾਗੂ ਹੋਗੀ। 15 ਸਾਲ ਬਾਅਦ ਆਪਾਂ ਰਿਵਿਊ ਕਰਾਂਗੇ, ਆਪਾਂ ਮਤਲਬ ਪਾਰਲੀਮੈਂਟ ਰਿਵਿਊ ਕਰੂਗੀ, ਤੇ ਜੇ ਲੋੜ ਮਹਿਸੂਸ ਹੋਗੀ ਤਾਂ ਪਾਰਲੀਮੈਂਟ ਬਾਈ ਲਾਅ ਇਹਨੂੰ ਹੋਰ ਅੱਗੇ ਵਧਾ ਦੂਗੀ, ਕਨਸਟੀਟਿਊਸ਼ਨਲ ਅਮੈਂਡਮੈਂਟ ਦੀ ਲੋੜ ਨਹੀਂ ਪੈਣੀ ਉਦੋਂ। ਸੋ which of the statements given above is are correct? So answer is B, 1, 3, 4. The statement is correct. Consider the following statements regarding the immunities and privileges of the members of parliament in India. Members have freedom of speech within parliament and cannot be prosecuted for remarks made during the proceedings of the house or its committees. Article 105 ਤੋਂ emanate ਹੁੰਦੀਆਂ immunities and privileges, but ਸਾਰੀ ਉਹਦੇ ਵਿੱਚ ਵੀ ਕੋਡੀਫਾਈ ਨਹੀਂ ਹੈ, ਬਹੁਤ ਸਾਰੀ ਪ੍ਰੈਕਟਿਸ ਦੇ ਥਰੂ ਚੱਲਦੀਆਂ ਨੇ, ਬਟ ਉਹਦੇ ਵਿੱਚੋਂ ਇੱਕ ਅਹਿਮ ਹੈ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ। ਸਿੰਪਲ ਗੱਲ ਇਹ ਹੈ ਕਿ ਹਾਊਸ ਦੇ ਵਿੱਚ ਅੱਛਾ ਇਹ ਐਮਪੀਜ਼ ਨੂੰ ਵੀ ਅਵੇਲੇਬਲ ਹੈ ਤੇ ਸਟੇਟ ਲੈਜਿਸਲੇਚਰ ਦੇ ਵਿੱਚ ਐਮਐਲਏਜ਼ ਨੂੰ ਵੀ ਅਵੇਲੇਬਲ ਹੈ। ਤਾਂ ਹਾਊਸ ਦੇ ਵਿੱਚ ਅਗਰ ਕੋਈ ਐਮਪੀ ਡਿਬੇਟ ਡਿਸਕਸ਼ਨ ਜਾਂ ਕਿਸੇ ਵੀ ਉੱਥੇ ਵਰਕਿੰਗ ਆਵਰ ਦੇ ਦੌਰਾਨ ਹਾਊਸ ਦੇ ਵਿੱਚ ਕੋਈ ਵੀ ਸਪੀਚ ਦਿੰਦਾ ਹੈ, ਆਪਦੇ ਆਪ ਨੂੰ ਐਕਸਪ੍ਰੈਸ ਕਰਦਾ, ਆਪਣੀ ਵਿਲ ਨੂੰ ਐਕਸਪ੍ਰੈਸ ਕਰਦਾ, ਤਾਂ ਫਿਰ
ਉਹਦੇ ਤੇ ਹਾਊਸ ਦੇ ਬਾਹਰ ਕੋਈ ਕਾਰਵਾਈ ਨਹੀਂ ਹੋ ਸਕਦੀ, ਕਿਤੇ ਥਾਣੇ 'ਚ ਕੋਈ ਪਰਚਾ ਜਾਂ ਕੋਰਟ ਕਚਹਿਰੀ 'ਚ ਕੇਸ ਨਹੀਂ ਹੋ ਸਕਦਾ। ਇਹ ਇਸ ਕਰਕੇ ਦਿੱਤੀ ਗਈ ਹੈ ਤਾਂ ਕਿ ਬਿਨਾਂ ਕਿਸੇ ਫੀਅਰ ਤੋਂ ਸਾਰੇ ਐਮਪੀ ਫ੍ਰੀਲੀ ਡਿਬੇਟ ਦੇ ਵਿੱਚ ਪਾਰਟਿਸਿਪੇਟ ਕਰ ਸਕਣ, ਹਾਊਸ ਦੀ ਕਾਰਵਾਈ 'ਚ ਪਾਰਟਿਸਿਪੇਟ ਕਰ ਸਕਣ। ਸੋ ਓਕੇ, ਪਹਿਲੀ ਸਟੇਟਮੈਂਟ ਕਲੀਅਰ ਹੈ ਕਿ ਜੋ ਵੀ ਉਹ ਰਿਮਾਰਕ ਕਰਨਗੇ ਡਿਊਰਿੰਗ ਦ ਪ੍ਰੋਸੀਡਿੰਗ ਆਫ ਦ ਹਾਊਸ, ਉਹਨਾਂ ਤੇ ਬਾਹਰ ਕੋਈ ਲਾਇਬਿਲਿਟੀ ਨਹੀਂ ਰੱਖੀ ਜਾਊਗੀ। ਬਟ ਇਹਦੇ 'ਚ ਆਪਾਂ ਇੱਕ ਕਰੰਟ ਅਫੇਅਰ ਅਪਡੇਟ ਕਰਨਾ। ਪੀਵੀ ਨਰਸਿਮਹਾ ਰਾਓ ਦਾ ਕੇਸ ਸੀਗਾ 1994 ਦਾ, ਉਹਦੇ 'ਚ ਸੁਪਰੀਮ ਕੋਰਟ ਨੇ ਹੋਲਡ ਕੀਤਾ ਸੀਗਾ ਕਿ ਈਵਨ ਇਫ ਸਮ ਲੈਜਿਸਲੇਟਰ ਇਜ਼ ਟੇਕਿੰਗ ਬ੍ਰਾਈਬ ਇਨ ਦਾ ਹਾਊਸ, ਤਾਂ ਇਮਿਊਨਿਟੀਜ਼ ਉੱਥੇ ਵੀ ਅਵੇਲੇਬਲ ਹੋਣਗੀਆਂ। ਆਪਾਂ ਬਾਹਰ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਵਿੱਚ ਕੇਸ ਦਰਜ ਨਹੀਂ ਕਰਾਂਗੇ। ਇਹਦਾ ਮਤਲਬ ਹਾਊਸ ਦੇ ਵਿੱਚ ਜੇ ਕੋਈ ਰਿਸ਼ਵਤ ਵੀ ਲੈ ਰਿਹਾ, ਬ੍ਰਾਈਬਰੀ ਲੈ ਰਿਹਾ, ਤਾਂ ਉਹਨੂੰ ਵੀ ਇਹ ਫ੍ਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਦਾ ਪ੍ਰੋਟੈਕਸ਼ਨ ਮਿਲ ਰਿਹਾ। ਸੁਪਰੀਮ ਕੋਰਟ ਨੇ ਆਪਦੀ ਇਸ ਗਲਤੀ ਨੂੰ ਰੀਸੈਂਟਲੀ ਠੀਕ ਕੀਤਾ ਸੀਤਾ ਸੋਰੇਨ ਕੇਸ ਦੇ ਵਿੱਚ। ਸੀਤਾ ਸੋਰੇਨ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹੁਣ ਬ੍ਰਾਈਬਰੀ ਵਾਸਤੇ ਇਮਿਊਨਿਟੀ ਨਹੀਂ ਦਿੱਤੀ ਜਾਊਗੀ। ਸੋ ਜੋ ਇਮਿਊਨਿਟੀਜ਼ ਐਂਡ ਪ੍ਰਿਵਿਲੇजेस ਹੈ, ਠੀਕ ਹੈ, ਤੁਹਾਡੇ ਰਿਮਾਰਕਸ ਨੂੰ ਇਮਿਊਨਿਟੀ ਹੈ, ਲੇਕਿਨ ਉੱਥੇ ਬੈਠ ਕੇ ਤੁਸੀਂ ਜੇ ਬ੍ਰਾਈਬਰੀ ਲੈ ਰਹੇ ਹੋ, ਉਹਦਾ ਕੇਸ ਹੁਣ ਦਰਜ ਹੋਊਗਾ ਬਾਹਰ। ਤਾਂ ਬਸ ਇੱਕ ਕਰੰਟ ਅਫੇਅਰ ਅਪਡੇਟ ਕਰ ਲੈਣਾ। ਦੈਨ members are exempted from arrest in criminal cases during parliamentary sessions and 40 days prior and after the session as well। कि criminal case ਦੇ ਵਿੱਚ ਵੀ arrest ਨਹੀਂ ਹੋਊਗਾ? Answer is no. The statement is wrong. So याद रखना, ਜਿਹੜਾ freedom from arrest ਹੈ ਉਹ ਸਿਰਫ ਹੈ ਕਿ during the session ਤੋਂ 40 ਦਿਨ ਪਹਿਲਾਂ, session ਤੋਂ 40 ਦਿਨ ਬਾਅਦ ਕਿਸੇ ਸਿਵਲ ਕੇਸ ਦੇ ਵਿੱਚ ਲੈਜਿਸਲੇਟਰ ਨੂੰ ਅਰੈਸਟ ਨਹੀਂ ਕੀਤਾ ਜਾਊਗਾ। ਬਟ ਇਹ ਇਮਿਊਨਿਟੀ ਕ੍ਰਿਮੀਨਲ ਕੇਸ ਦੇ ਵਿੱਚ ਨਹੀਂ ਹੈ। ਕ੍ਰਿਮੀਨਲ ਕੇਸ ਦੇ ਵਿੱਚ ਕਿਸੇ ਵੀ ਵੇਲੇ ਲੈਜਿਸਲੇਟਰ ਨੂੰ ਅਰੈਸਟ ਕੀਤਾ ਜਾ ਸਕਦਾ, ਈਵਨ ਭਾਵੇਂ ਸੈਸ਼ਨ ਕਿਉਂ ਨਾ ਗੋਇੰਗ ਔਨ ਹੋਵੇ। ਦੈਨ the parliament's privileges are explicitly and exhaustively codified in the constitution। ਸਰ ਇਹਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਇਹ ਪ੍ਰੋਪਰਲੀ ਕੋਡੀਫਾਈਡ ਹੈ ਹੀ ਨਹੀਂ। ਆਰਟੀਕਲ 105 ਤੋਂ ਕੁਝ ਪਾਵਰਸ ਮਿਲ ਰਹੀਆਂ, ਬਾਕੀ ਸਾਰੀਆਂ ਪ੍ਰੈਕਟਿਸਿਸ ਕਨਵੈਨਸ਼ਨ ਦੇ ਆਧਾਰ ਤੇ ਬੇਸਡ ਹੈ। ਜਿਵੇਂ ਹਾਊਸ ਦੀ ਪਾਵਰ ਟੂ ਪਨਿਸ਼ ਲਾਰਜਲੀ ਕਨਵੈਨਸ਼ਨ ਬੇਸਡ ਹੈ। ਸੋ ਥਰਡ ਸਟੇਟਮੈਂਟ ਇਜ਼ ਰੋਂਗ। ਐਂਡ ਦੈਨ ਪਾਰਲੀਮੈਂਟ ਕੈਨ ਪਨਿਸ਼ even outsiders or its own members for breach of privilege or contempt। ताकि हाउस कंटेम्प्ट वास्ते या प्रिविलेज ब्रीच करने वास्ते आप दे मैंबर नू ते किसी आउटसाइडर नू भी पनिश कर सकता है। एंड यस, दे आर एंजॉइंग दिस पावर। सो जिवें कि हाउस दे मैंबर ने जो कोई प्रिविलेज ब्रीच की थी, मान लो फ्रीडम ऑफ स्पीच एंड एक्सप्रैशन का नजायज फायदा चक्या, तो हाउस उन्होंने सस्पेंड कर सकता है। या जो कोई अनरूली बिहेव करता है, हाउस की कार्रवाई नहीं चलन दिंदा, ग्रॉस डिसऑर्डर क्रिएट करता है, तो हाउस सस्पेंड कर सकता है। और इस तो अलावा जे एमपीज तो अलावा भी कोई सिटीजन हाउस दे मान सम्मान नू ठेस पहुंचाना, कंटेम्प्ट ऑफ हाउस करता है, तो उन्होंने भी पनिश हाउस कर सकता है। सो स्टेटमेंट इज करेक्ट है। Here, how many of the above statements are correct? Only 2 statements are correct. Which of the following are the grounds for disqualification of a member of parliament under the Constitution of India and the Representation of People's Act 1951? So Constitution ਦੇ ਵਿੱਚ ਤੇ RPA ਦੇ ਵਿੱਚ legislator ਦੀ disqualification ਦੇ ਕਿਹੜੇ-ਕਿਹੜੇ ground ਨੇ? Now comes to, if a member holds any office of profit under the government of India or state other than those exempted by law. So it is a correct statement, but याद रखना कि यह जो provision है, ये representation of people's act दी नहीं सगों, यह constitution दी provision है. So under article 102, for MPs, office of profit is a ground for disqualification. Then if a member is found guilty of certain election offences or corrupt practices, yes sir, और एक तो मिनट हुंदा है, यह originate हुंदा है in Representation of People's Act 1951. Then if member has been convicted of an offence resulting in imprisonment for less than 2 years, जे किसी नू सजा हो जे किसी क्रिमिनल केस दे विच लेकिन 2 साल तो घट दी सजा हो जाए, now this is a faulty statement. सगों इस तो मिलती जल्दी जे आप करेक्ट स्टेटमेंट की गल करिए, सो सैक्शन
8 clause 3 ਇਹ ਕਹਿੰਦਾ ਹੈ ਕਿ ਜੇ ਕਿਸੇ ਪਰਸਨ ਨੂੰ ਕਿਸੇ ਕ੍ਰਿਮੀਨਲ ਕੇਸ ਦੇ ਵਿੱਚ 2 ਸਾਲ ਜਾਂ ਉਸ ਤੋਂ ਵੱਧ ਦੀ ਸਜ਼ਾ ਹੋ ਜੇ ਫਿਰ ਉਹ ਡਿਸਕੁਆਲੀਫਾਈ ਹੋ ਜਾਊਗਾ। ਸੋ ਇਟ ਇਜ਼ ਨਾਟ ਲੈਸ ਦੇਨ 2 year, rather 2 year or more than 2 year. So statement is wrong. Then if a member fails to submit his election expense account within the prescribed time, yes, election ਹੋ ਜਾਣ ਤੋਂ ਬਾਅਦ ਜਿਹੜੀ representation of people's act ਦੇ ਥਰੂ ਇੱਕ ਸੈਟ ਲਿਮਿਟ ਹੈ ਕਿ ਇਸ ਤੋਂ ਵੱਧ ਪੈਸਾ ਤੁਸੀਂ ਆਪਦੇ ਇਲੈਕਸ਼ਨ ਦੇ ਵਿੱਚ ਨਹੀਂ ਖਰਚ ਕਰ ਸਕਦੇ, ਤਾਂ ਕਿਸੇ ਵੀ ਕੈਂਡੀਡੇਟ ਨੂੰ ਜਿੰਨੇ ਇਲੈਕਸ਼ਨ ਲੜਿਆ ਹਾਰਿਆ ਭਾਵੇਂ ਜਿੱਤਿਆ ਅੱਡ ਗੱਲ ਹੈ, ਸਾਰਿਆਂ ਨੂੰ ਹੀ ਆਪਣਾ ਇਲੈਕਟੋਰਲ ਐਕਸਪੈਂਸ ECI ਨੂੰ ਜਮ੍ਹਾਂ ਕਰਾਉਣਾ ਪੈਂਦਾ ਹੈ। ਜੇ ਨਹੀਂ ਜਮ੍ਹਾਂ ਕਰਾਉਂਦੇ ਤਾਂ ਵੀ ਡਿਸਕੁਆਲੀਫਾਈ ਕੀਤਾ ਜਾ ਸਕਦਾ ਹੈ। ਸੋ ਦਿਸ ਸਟੇਟਮੈਂਟ ਇਜ਼ ਆਲਸੋ ਕਰੈਕਟ। Which of the statements are correct? So finally 1, 2 and 4 are correct statements. Coming to under the defection law, which is rather anti-defection law, the 52nd Amendment 1985, a member can be disqualified if. So एक तो अमेंडमेंट नंबर भी याद रखनी है। ड्यूरिंग राजीव टेन्योर शेड्यूल 10 इंडियन कॉन्स्टिट्यूशन ਦੇ ਵਿੱਚ ਐਡ ਕੀਤਾ ਗਿਆ ਸੀਗਾ ਤਾਂ ਕਿ ਦਲ ਬਦਲ ਦੀ ਰਾਜਨੀਤੀ ਤੇ ਰੋਕ ਲਾਈ ਜਾ ਸਕੇ। तो 52nd अमेंडमेंट 1985 याद रखना की है प्रोविजन। इफ एनी member of political party he voluntarily gives up the membership of the political party on whose ticket he was elected, ਜਿਹੜੀ ਵੀ ਪੋਲੀਟੀਕਲ ਪਾਰਟੀ ਦੀ ਟਿਕਟ ਤੇ ਚੁਣ ਕੇ ਆਏ ਨੇ, ਮੰਨ ਲਓ ਕੋਈ ਬੀਜੇਪੀ ਦੀ ਟਿਕਟ ਤੇ ਚੁਣ ਕੇ ਆਇਆ, ਜੇ ਉਹ ਆਪਦੀ ਪਾਰਟੀ ਛੱਡ ਦੇਵੇ ਤਾਂ ਕਿ ਐਂਟੀ ਡਿਫੈਕਸ਼ਨ ਲਾਅ ਲੱਗੂਗਾ। ਜੀ ਹਾਂ, ਪਾਰਟੀ ਛੱਡ ਤੇ ਜਾਣ ਤੇ ਐਂਟੀ ਡਿਫੈਕਸ਼ਨ ਲਾਅ ਅਟਰੈਕਟ ਕੀਤਾ ਜਾਊਗਾ, ਉਹਦੀ MP ਦੀ ਸੀਟ ਚੱਲ ਜੂਗੀ। So पहली स्टेटमेंट करेक्ट है। Then he votes or abstains from voting in the house contrary to any direction given by his political party. जे whip दी violation है। Now that's why whip is so important. जिन्हां मैटर्स ते whip issue कीता जा सकता है ते जे whip दी violation करती, जे मान लो क्या सीगा पॉलिटिकल पार्टी ने कि कोई बिल आया ਉਹਦੇ अगेंस्ट ही वोट करना है ਤੇ MP ਗਿਆ ਆਪਦੀ ਪਾਰਟੀ whip ਨੂੰ ਵਾਇਲੇਟ ਕਰਦੇ ਹਾਂ ਉਸ ਬਿੱਲ ਦੇ ਸਪੋਰਟ 'ਚ ਵੋਟ ਕਰਿਆ ਤਾਂ ਫਿਰ ਹਾਲਾਂਕਿ 15 ਦਿਨ ਦਾ ਇੱਕ ਨੋਟਿਸ ਪੀਰੀਅਡ ਹੁੰਦਾ, ਉਹਨੂੰ ਕਿਹਾ ਜਾਂਦਾ ਹੈ ਬਈ ਤੁਸੀਂ ਆਪਦੇ ਐਕਸ਼ਨ ਨੂੰ ਜਸਟੀਫਾਈ ਕਰੋ, ਜੇ ਪਾਰਟੀ ਸਹਿਮਤ ਹੋ ਜਾਏ ਤਾਂ ਮਾਫ ਵੀ ਕੀਤਾ ਜਾ ਸਕਦਾ, ਜੇ ਪਾਰਟੀ ਸਹਿਮਤ ਨਹੀਂ ਹੁੰਦੀ ਫਿਰ ਐਂਟੀ ਡਿਫੈਕਸ਼ਨ ਲਾਅ ਇਨਵੋਕ ਹੋਊਗਾ। ਸੈਕੰਡ ਸਟੇਟਮੈਂਟ ਇਜ਼ ਕਰੈਕਟ। ਦੈਨ ਅ ਨੋਮੀਨੇਟਡ ਮੈਂਬਰ ਜੁਆਇਨਸ ਐਨੀ ਪੋਲੀਟੀਕਲ ਪਾਰਟੀ ਵਿਦਿਨ 6 months of his nomination। ਜੇ ਕੋਈ ਨੋਮੀਨੇਟਡ ਮੈਂਬਰ ਹੈ, ਜਿਵੇਂ ਰਾਜ ਸਭਾ ਦੇ ਵਿੱਚ 12 ਮੈਂਬਰ ਨੋਮੀਨੇਟ ਕੀਤੇ ਜਾਂਦੇ ਨੇ, ਤਾਂ ਜਿਸ ਤਰੀਕ ਤੋਂ ਉਹ ਨੋਮੀਨੇਟ ਹੋਏ ਜੇ 6 ਮਹੀਨੇ ਦੇ ਵਿੱਚ ਕੋਈ ਪੋਲੀਟੀਕਲ ਪਾਰਟੀ ਜੁਆਇਨ ਕਰ ਲੈਣ ਤਾਂ ਕਿ ਐਂਟੀ ਡਿਫੈਕਸ਼ਨ ਲਾਅ ਲੱਗੂਗਾ। ਸਗੋਂ ਇਹਦੇ ਉਲਟ ਪ੍ਰੋਵੀਜ਼ਨ ਹੈ। ਜੇ ਕੋਈ ਨੋਮੀਨੇਟਡ ਮੈਂਬਰ ਹੈ ਜਿਸ ਡੇਟ ਤੋਂ ਉਹਨਾਂ ਦੀ ਅਪਾਇੰਟਮੈਂਟ ਹੋਈ ਉਸ ਤੋਂ 6 ਮਹੀਨੇ ਦੇ ਵਿੱਚ ਉਹ ਕੋਈ ਵੀ ਪੋਲੀਟੀਕਲ ਪਾਰਟੀ ਜੁਆਇਨ ਕਰ ਸਕਦੇ ਨੇ, ਐਂਟੀ ਡਿਫੈਕਸ਼ਨ ਲਾਅ ਨਹੀਂ ਲੱਗੂਗਾ। ਬਟ 6 ਮਹੀਨੇ ਤੋਂ ਬਾਅਦ ਜੇ ਉਹ ਕੋਈ ਵੀ ਪੋਲੀਟੀਕਲ ਪਾਰਟੀ ਜੁਆਇਨ ਕਰਦੇ ਨੇ ਤਾਂ ਉਹਨਾਂ ਤੇ ਐਂਟੀ ਡਿਫੈਕਸ਼ਨ ਲਾਅ ਇਨਵੋਕ ਕੀਤਾ ਜਾਊਗਾ। ਦੈਨ ਲਾਸਟਲੀ an independently elected member joins a political party within 6 months। So देखो partially correct partially incorrect वाली गल है। हालांकि complete statement की है कि जेड़ा भी elected कोई person है ਉਹਦੇ ਵਾਸਤੇ ਤਾਂ ਪੋਲੀਟੀਕਲ ਪਾਰਟੀ ਛੱਡ ਕੇ ਜਾਣ ਦੀ, ਲੇਕਿਨ ਜੇ ਕੋਈ ਇਲੈਕਟਡ ਪਰਸਨ ਹੈ ਜੋ ਇੰਡੀਪੈਂਡੈਂਟਲੀ ਆਜ਼ਾਦ ਉਮੀਦਵਾਰ ਜਿੱਤ ਕੇ ਆਇਆ, ਉਹਦਾ ਪੋਲੀਟੀਕਲ ਪਾਰਟੀ ਨਾਲ ਕਨੈਕਸ਼ਨ ਨਹੀਂ ਹੈ। ਹੁਣ ਇਹ ਜਿੰਨਾ ਚਿਰ ਲੈਜਿਸਲੇਟਰ ਹੈ ਕੋਈ ਵੀ ਪੋਲੀਟੀਕਲ ਪਾਰਟੀ ਜੁਆਇਨ ਨਹੀਂ ਕਰ ਸਕਦਾ। ਜੇ ਆਜ਼ਾਦ ਉਮੀਦਵਾਰ ਕੋਈ ਵੀ ਪੋਲੀਟੀਕਲ ਪਾਰਟੀ ਜੁਆਇਨ ਕਰਦਾ ਹੈ ਤਾਂ ਉਸ ਤੇ ਐਂਟੀ ਡਿਫੈਕਸ਼ਨ ਲਾਅ ਇਨਵੋਕ ਕੀਤਾ ਜਾਊਗਾ। ਸੋ ਆਨਸਰ ਇਜ਼ 1, 2 and 4 ਆਰ ਕਰੈਕਟ ਸਟੇਟਮੈਂਟ। ਲਾਸਟਲੀ consider following statements regarding the departmental standing committees and find incorrect statement as your answer. The standing committees assist the parliament in debating the budget more effectively. Second, one of the objectives of the committee is to secure more accountability of the executive to the parliament. So पहली statement की है कि budget ਨੂੰ more effectively debate discuss ਕਰਨ ਦੇ ਵਿੱਚ help ਕਰਦੀਆਂ ਨੇ parliamentary committees। So ਆਪਾਂ ਨੂੰ ਪਤਾ ਹੈ 24 parliamentary standing committees ਨੇ ਤੇ ਬਜਟ ਦੇ ਵਿੱਚ ਇੱਕ ਸਟੇਜ ਆਉਂਦੀ ਹੈ ਕਮੇਟੀ ਸਟੇਜ, ਜਦੋਂ ਹਾਊਸਸ ਨੂੰ 3 to 4 ਵੀਕਸ ਲਈ ਐਡਜੌਰਨ ਕਰ ਦਿੰਦੇ ਨੇ ਤੇ ਬਜਟ ਚਲਾ ਜਾਂਦਾ ਹੈ ਰੈਲੇਵੈਂਟ ਕਮੇਟੀਜ਼ ਕੋਲੇ। ਤਾਂ ਪਹਿਲਾ ਸਟੇਟਮੈਂਟ ਕਰੈਕਟ ਹੈ, ਹਰ ਸਾਲ ਬਜਟ ਨੂੰ ਇਫੈਕਟਿਵਲੀ ਡਿਸਕਸ ਕਰਨ ਦੇ ਵਿੱਚ ਕੰਮ ਆਉਂਦੀਆਂ ਨੇ। ਤੇ ਨੈਕਸਟ ਕਿ ਇੱਕ ਕਮੇਟੀ ਦਾ ਆਬਜੈਕਟਿਵ ਕੀ ਹੈ, ਐਗਜ਼ੀਕਿਊਟਿਵ ਦੀ ਅਕਾਊਂਟੇਬਿਲਿਟੀ। ਜਿਵੇਂ ਇੱਕ ਐਗਜ਼ਾਮਪਲ ਤੋਂ ਆਪਾਂ ਸਮਝੀਏ, ਹਰ ਮਿਨਿਸਟਰੀ ਤੋਂ ਰਿਲੇਟਡ ਕੋਈ ਨਾ ਕੋਈ ਕਮੇਟੀ ਹੈ,
ਤਾਂ ਜੋ ਮਿਨਿਸਟਰੀਜ਼ ਦੀ ਐਨੂਅਲ ਰਿਪੋਰਟ ਹੁੰਦੀ ਹੈ ਉਹ ਇਹਨਾਂ ਰੈਲੇਵੈਂਟ ਕਮੇਟੀਜ਼ ਕੋਲੇ ਜਾਂਦੀਆਂ ਤਾਂ ਕਿ ਉਹ ਸਕ੍ਰੂਟਨਾਈਜ਼ ਕਰ ਸਕਣ ਸਾਡੇ ਐਗਜ਼ੀਕਿਊਟਿਵ ਕਿਸ ਤਰੀਕੇ ਨਾਲ ਕੰਮ ਕਰ ਰਹੇ ਨੇ ਸੋ none of the above is an incorrect statement, both are correct statements. That will be all for today. Thank you so much.